Welcome back everyone to the official YouTube channel of Yes Academy. I am Yogesh. As you know कि लास्ट वीडियोस ਦੇ ਵਿੱਚ ਆਪਾਂ ਕੰਸੋਲੀਡੇਸ਼ਨ ਪੜ੍ਹ ਰਹੇ ਸੀ। ਕੰਸੋਲੀਡੇਸ਼ਨ ਦੇ ਬੇਸਿਕਸ ਆਪਾਂ ਡਿਸਕਸ ਕੀਤੇ ਸੀ। ਅੱਜ ਆਪਾਂ ਕੰਸੋਲੀਡੇਸ਼ਨ ਨੂੰ ਥੋੜਾ ਜਿਹਾ ਅੱਗੇ ਡਿਟੇਲ 'ਚ ਪੜ੍ਹਦੇ ਹਾਂ। ਕੰਸੋਲੀਡੇਸ਼ਨ ਦਾ ਜਿਹੜਾ ਕਨਸੈਪਟ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਤਰਜ਼ਾਗੀ ਜੀ ਨੇ ਹੀ ਦਿੱਤਾ ਸੀ। ਤੁਹਾਨੂੰ ਪਤਾ ਹੈ ਵੀ ਤਰਜ਼ਾਗੀ ਨੂੰ ਆਪਾਂ ਫਾਦਰ ਆਫ ਸੋਇਲ ਮਕੈਨਿਕਸ ਵੀ ਬੋਲ ਦਿੰਦੇ ਆ। ਤਾਂ ਕੰਸੋਲੀਡੇਸ਼ਨ ਦਾ ਕਨਸੈਪਟ ਸਭ ਤੋਂ ਪਹਿਲਾਂ ਤਰਜ਼ਾਗੀ ਲੈ ਕੇ ਆਏ ਸੀਗੇ। ਤਰਜ਼ਾਗੀ ਨੇ ਸੋਇਲ ਨੂੰ ਕੰਸੋਲੀਡੇਟ ਕਰਨ ਦੇ ਲਈ ਸੋਇਲ ਦੇ ਸਿਸਟਮ ਨੂੰ ਸਮਝਣ ਦੇ ਲਈ ਕੀ ਕੀਤਾ ਸੀ, ਇੱਕ ਸਪਰਿੰਗ ਸੋਇਲ ਐਨਾਲੋਜੀ ਮਾਡਲ ਯੂਜ਼ ਕੀਤਾ ਸੀ, ਜਿਹਨੂੰ ਸਪਰਿੰਗ ਸੋਇਲ ਐਨਾਲੋਜੀ ਵੀ ਬੋਲ ਦਿੰਦੇ ਆ ਜਾਂ ਸਪਰਿੰਗ ਵਾਟਰ ਐਨਾਲੋਜੀ ਵੀ ਬੋਲ ਦਿੰਦੇ ਆ। ਵਾਟਰ ਐਨਾਲੋਜੀ ਇਹਦਾ ਕੀ ਮਤਲਬ ਸੀਗਾ, ਉਹਨਾਂ ਨੇ ਇੱਕ ਮਾਡਲ ਯੂਜ਼ ਕੀਤਾ ਜਿਹੜਾ ਕਿ ਬਣਿਆ ਹੋਇਆ ਸੀ ਸਪਰਿੰਗ ਦਾ ਤੇ ਵਾਟਰ ਦਾ। ਸਪਰਿੰਗ ਰਿਪਰੈਜ਼ੈਂਟ ਕਰ ਰਹੇ ਸੀ ਸੋਇਲ ਨੂੰ। ਕਿਸ ਤਰੀਕੇ ਦਾ ਮਾਡਲ ਸੀਗਾ, ਉਹਨਾਂ ਨੇ ਇੱਕ ਸੋਇਲ ਮਾਸ ਲਿਆ, ਉਸ ਸੋਇਲ ਮਾਸ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਬਿਲਕੁਲ ਇੱਕ ਸੇਮ ਸੈਂਪਲ ਤਿਆਰ ਕੀਤਾ ਅਲੱਗ ਤੋਂ। ਉਸ ਸੈਂਪਲ ਦੇ ਵਿੱਚ ਕੀ ਸੀ, ਕੁਝ ਕਲੈਕਸ਼ਨ ਆਫ ਸਪਰਿੰਗਸ ਸੀਗੇ, ਸਪਰਿੰਗਸ ਲੱਗੇ ਹੋਏ ਸੀਗੇ ਤੇ ਨਾਲ ਹੀ ਉਹ ਸਾਰੇ ਦਾ ਸਾਰਾ ਜਿਹੜਾ ਆਪਣਾ ਮਾਡਲ ਸੀਗਾ, ਸੈਂਪਲ ਸੀ, ਉਹ ਵਾਟਰ ਦੇ ਨਾਲ ਕੰਪਲੀਟਲੀ ਫਿਲਡ ਸੀਗਾ, ਵਾਟਰ ਦੇ ਨਾਲ ਪੂਰੀ ਤਰ੍ਹਾਂ ਨਾਲ ਭਰਿਆ ਹੋਇਆ ਸੀਗਾ। ਤਾਂ ਉਹਨਾਂ ਨੇ ਇਸ ਦੇ ਨਾਲ ਹੀ ਬਹੁਤ ਸਾਰੇ ਪੀਜ਼ੀਓਮੀਟਰ ਲੱਗੇ ਹੋਏ ਸੀਗੇ ਜਿਨ੍ਹਾਂ ਦੇ ਨਾਲ ਉਹ ਪ੍ਰੈਸ਼ਰਸ ਮੈਜ਼ਰ ਕਰਦੇ ਸੀਗੇ। ਪੀਜ਼ੀਓਮੀਟਰ ਦੇ ਪ੍ਰੈਸ਼ਰ ਮੈਜ਼ਰ ਕਰਨ ਦਾ ਮਕਸਦ ਕੀ ਸੀ, ਉਹ ਆਪਾਂ ਨੂੰ ਚੇਂਜ ਇਨ ਪੋਰ ਵਾਟਰ ਪ੍ਰੈਸ਼ਰ ਮੈਜ਼ਰ ਕਰਕੇ ਦਿੰਦੇ ਸੀਗੇ। ਤਾਂ ਉਹਨਾਂ ਨੇ ਨਾਲ ਪੀਜ਼ੀਓਮੀਟਰਸ ਅਟੈਚ ਕੀਤੇ ਸੀ, ਬਹੁਤ ਅਲੱਗ-ਅਲੱਗ ਹਾਈਟਸ ਦੇ ਉੱਪਰ ਬਹੁਤ ਸਾਰੇ ਪੀਜ਼ੋਮੀਟਰ ਲਗਾਏ ਹੋਏ ਸੀ ਜਿਹੜੇ ਕਿ ਆਪਾਂ ਨੂੰ ਚੇਂਜ ਇਨ ਵਾਟਰ ਪ੍ਰੈਸ਼ਰ ਮੈਜ਼ਰ ਕਰਦੇ ਸੀ। ਉਹਨਾਂ ਨੇ ਕੀ ਕਿਹਾ ਵੀ ਇਸ ਸੈਂਪਲ ਦੇ ਵਿੱਚ ਜਿਹੜੇ ਸਪਰਿੰਗਸ ਹੈ, ਸਪਰਿੰਗਸ ਬਿਹੇਵ ਕਰਨਗੇ ਐਜ਼ ਅ ਸੋਇਲ। ਜਿਹੜੇ ਸਪਰਿੰਗਸ ਹੈ ਇਹ ਸੋਇਲਸ ਨੂੰ ਰਿਪਰੈਜ਼ੈਂਟ ਕਰ ਰਹੇ ਹੈ। ਉਹਨਾਂ ਦੇ ਕਹਿਣ ਦਾ ਕੀ ਮਤਲਬ ਸੀ ਵੀ ਜਿਵੇਂ ਮੈਂ ਕੋਈ ਵੀ ਸੋਇਲ ਸੈਂਪਲ ਨੂੰ ਜੇ ਕੰਪਰੈਸ ਕਰੂੰਗਾ ਤਾਂ ਜਿਵੇਂ ਜਿਵੇਂ ਉਹਦੇ ਵਿੱਚੋਂ ਵਾਟਰ ਬਾਹਰ ਨਿਕਲੂਗਾ ਸੋਇਲ ਦਾ ਵੋਲਿਊਮ ਘਟਦਾ ਚਲਾ ਜਾਊਗਾ, ਸੋਇਲ ਕੰਪਰੈਸ ਹੁੰਦੀ ਚਲੀ ਜਾਊਗੀ। ਸਿਮਿਲਰਲੀ ਉਹਨਾਂ ਨੇ ਕੀ ਕਿਹਾ, ਇਸ ਮਾਡਲ ਦੇ ਵਿੱਚ ਵੀ ਜਿਵੇਂ ਜਿਵੇਂ ਮੈਂ ਲੋਡ ਵਧਾਉਂਦਾ ਚਲਾ ਜਾਊਂਗਾ ਵਾਟਰ ਬਾਹਰ ਨਿਕਲੂਗਾ ਤੇ ਸਪਰਿੰਗਸ ਕੀ ਹੋਣਗੇ, ਕੰਪਰੈਸ ਹੋਣੇ ਸ਼ੁਰੂ ਹੋਣਗੇ। ਕਲੀਅਰ। ਤੇ ਇਹਨਾਂ ਨੇ ਕੀ ਕਿਹਾ ਵੀ ਸਪਰਿੰਗ ਰਿਪਰੈਜ਼ੈਂਟ ਕਰ ਰਹੇ ਆ ਸੋਇਲ ਨੂੰ। ਸੈਕਿੰਡ ਥਿੰਗ ਇਹਨਾਂ ਨੇ ਕੀ ਕਹੀ, ਜਦੋਂ ਆਪਾਂ ਇਸ ਮਾਡਲ ਨੂੰ ਕੰਪਰੈਸ ਕਰਾਂਗੇ ਸ਼ੁਰੂ ਦੇ ਵਿੱਚ ਲੋਡ ਵਾਟਰ ਵੀ ਲਊਗਾ ਤੇ ਸੋਇਲ ਵੀ ਲਊਗੀ, ਬਟ ਜਿਵੇਂ ਜਿਵੇਂ ਟਾਈਮ ਪਾਸ ਹੁੰਦਾ ਜਾਊਗਾ ਵਾਟਰ ਇਹਦੇ ਵਿੱਚੋਂ ਬਾਹਰ ਨਿਕਲਦਾ ਜਾਊਗਾ। ਵਾਟਰ ਜਿਵੇਂ ਜਿਵੇਂ ਬਾਹਰ ਨਿਕਲੂਗਾ ਤਾਂ ਲੋਡ ਕਿਹਨੂੰ ਹੈਂਡਲ ਕਰਨਾ ਪਊਗਾ, ਸਪਰਿੰਗਸ ਨੂੰ। ਜਿਵੇਂ ਜਿਵੇਂ ਹੀ ਲੋਡ ਸਪਰਿੰਗਸ ਉੱਤੇ ਵਧੂਗਾ ਉਵੇਂ ਉਵੇਂ ਹੀ ਸਪਰਿੰਗਸ ਦੀ ਜਿਹੜੀ ਕੰਪਰੈਸ਼ਨ ਹੈ, ਸਪਰਿੰਗਸ ਦਾ ਜਿਹੜਾ ਦਬਣਾ ਹੈ ਉਹ ਵੀ ਕੀ ਹੋਈ ਜਾਊਗਾ, ਇਨਕਰੀਜ਼ ਹੋਈ ਜਾਊਗਾ। ਯਾਨੀ ਕਿ ਇਸ ਦੇ ਵਿੱਚ ਇਹ ਜਿਹੜਾ ਮਾਡਲ ਇਹਨਾਂ ਨੇ ਬਣਾਇਆ ਸੀ ਇਹ ਪੂਰੀ ਤਰ੍ਹਾਂ ਨਾਲ ਸੋਇਲ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ, ਸੋਇਲ ਦੀਆਂ ਕੰਡੀਸ਼ਨਸ ਨਾਲ ਲਿੰਕ ਕਰ ਰਿਹਾ ਸੀਗਾ। ਤਾਂ ਇਸੇ ਮਾਡਲ ਨੂੰ ਯੂਜ਼ ਕਰਕੇ ਇਹਨਾਂ ਨੇ ਆਪਾਂ ਨੂੰ ਇੱਕ ਇਕੁਏਸ਼ਨ ਦਿੱਤੀ ਜਿਹਨੂੰ ਆਪਾਂ ਤਰਜ਼ਾਗੀਜ਼ ਇਕੁਏਸ਼ਨ ਬੋਲ ਦਿੰਦੇ ਆ ਫॉर ਕੰਸੋਲੀਡੇਸ਼ਨ। ਤਾਂ ਤਰਜ਼ਾਗੀਜ਼ ਇਕੁਏਸ਼ਨ ਕੀ ਕਹਿੰਦੀ ਸੀ, ਕਰਲੀ u over ਕਰਲੀ t is equal to cv ਕਰਲੀ ਸਕੁਆਇਰ u over ਕਰਲੀ z। ਇੱਥੇ u ਇੰਡੀਕੇਟ ਕਰ ਰਿਹਾ ਹੈ ਪੋਰ ਵਾਟਰ ਪ੍ਰੈਸ਼ਰ ਨੂੰ, ਜਿਹਨੂੰ ਆਪਾਂ μ ਨਾਲ ਇੰਡੀਕੇਟ ਕੀਤਾ ਸੀਗਾ, ਪੋਰ ਵਾਟਰ ਪ੍ਰੈਸ਼ਰ ਨੂੰ ਇੰਡੀਕੇਟ ਕਰ ਰਿਹਾ ਹੈ। ਤਾਂ ਜਿਹੜਾ ਇਹ ਪੋਰ ਵਾਟਰ ਪ੍ਰੈਸ਼ਰ ਨੂੰ ਇੰਡੀਕੇਟ ਕਰ ਰਿਹਾ ਹੈ, Z ਕੀ ਇੰਡੀਕੇਟ ਕਰ ਰਿਹਾ ਹੈ, ਪੋਰ ਵਾਟਰ ਪ੍ਰੈਸ਼ਰ ਦੇ ਚੇਂਜ ਦਾ ਡਬਲ ਡੈਰੀਵੇਟਿਵ ਵਿਦ ਰਿਸਪੈਕਟ ਟੂ Z ਯਾਨੀ ਕਿ ਹਾਈਟ। Z ਇੱਥੇ ਹਾਈਟ ਹੈ, T ਇੱਥੇ ਟਾਈਮ ਹੈ, ਤਾਂ ਕਰਲੀ U ਕੋਲ ਕਰਲੀ T ਕੀ ਇੰਡੀਕੇਟ ਕਰ ਰਿਹਾ ਹੈ, ਚੇਂਜ ਇਨ ਪੋਰ ਵਾਟਰ ਪ੍ਰੈਸ਼ਰ ਵਿਦ ਰਿਸਪੈਕਟ ਟੂ ਟਾਈਮ। Change in pore water pressure with respect to time is equal to constant into double derivative of pore water pressure with respect to height। CV ਨੂੰ ਇੱਥੇ ਇਹਨਾਂ ਨੇ ਬੋਲਿਆ coefficient of consolidation। U ਇੱਥੇ CV ਨੂੰ ਇੰਡੀਕੇਟ ਕੀਤਾ ਉਹਨਾਂ ਨੇ ਕੋਐਫੀਸ਼ੀਐਂਟ ਆਫ ਕੰਸੋਲੀਡੇਸ਼ਨ। ਇਹ ਬਹੁਤ ਇੰਪੋਰਟੈਂਟ ਕੋਐਫੀਸ਼ੀਐਂਟ ਹੈ, ਇਹਨੂੰ ਕੈਲਕੂਲੇਟ ਕਰਨ ਲਈ ਜਿਹੜੇ ਰਿਲੇਸ਼ਨਸ ਆਪਾਂ ਯੂਜ਼ ਕਰਦੇ ਉਹਨਾਂ ਬਾਰੇ ਅੱਗੇ ਪੜ੍ਹਦੇ ਹਾਂ। ਤਾਂ ਇਹਨਾਂ ਨੇ CV ਨੂੰ ਜਦੋਂ ਕੈਲਕੂਲੇਟ ਕੀਤਾ ਤਾਂ CV ਦਾ ਉਹਨਾਂ ਨੇ ਨਾਲ ਦੀ ਨਾਲ ਆਪਾਂ ਨੂੰ ਇੱਕ ਰਿਲੇਸ਼ਨ ਵੀ ਪ੍ਰੋਵਾਈਡ ਕੀਤਾ। ਉਹਨਾਂ ਨੇ ਕੀ ਕਿਹਾ, CV is equal to K upon MV
गामा वाटर। CV इज इक्वल टू K ओवर mv इंटू गामा वाटर। K बिल्कुल सेम है, कोफिशिएंट ऑफ परमेबिलिटी ही है, गामा वाटर यूनिट वेट ऑफ वाटर है, mv इत्थे कोफिशिएंट ऑफ वॉल्यूम चेंज हुंदा है। इहदे बारे आपां अगे गल करदे हां। mv इज कोफिशिएंट ऑफ वॉल्यूम चेंज। mv का रिलेशन की हुंदा है, mv का मतलब की हुंदा है चेंज इन यूनिट वॉल्यूम। भी जे मैं एक यूनिट वॉल्यूम वाला सॉइल सैंपल लिया, ਉਹਦੇ ਵਿੱਚ ਕਿੰਨਾ ਚੇਂਜ ਆ ਰਿਹਾ ਹੈ ਵਿਦ ਪਰ ਯੂਨਿਟ ਚੇਂਜ ਇਨ ਸਟ੍ਰੈਸ। ਜੇ ਤੁਸੀਂ ਇੱਕ ਯੂਨਿਟ ਚੇਂਜ ਇਨ ਸਟ੍ਰੈਸ ਕਰ ਰਹੇ ਹੋ ਤਾਂ ਉਹਦੇ ਨਾਲ ਵੋਲਿਊਮ ਦੇ ਵਿੱਚ ਕਿੰਨਾ ਚੇਂਜ ਆ ਰਿਹਾ ਹੈ ਯੂਨਿਟ ਵੋਲਿਊਮ 'ਚ, ਉਹਨੂੰ ਕੀ ਬੋਲਦੇ ਆ ਆਪਾਂ ਚੇਂਜ ਇਨ ਸਟ੍ਰੈਸ। ਕੀ ਮਤਲਬ ਹੋਊਗਾ ਚੇਂਜ ਇਨ ਯੂਨਿਟ ਵੋਲਿਊਮ ਕਿੰਨਾ ਹੋਊਗਾ, ਡੈਲਟਾ ਵੀ ਆਪਣਾ ਟੋਟਲ ਚੇਂਜ ਹੋਊਗਾ डिवाइडेड बाय टोटल वॉल्यूम कर दिए तो चेंज इन यूनिट वॉल्यूम आ गया। चेंज इन स्ट्रेस कितना होगा अपन डेल्टा सिग्मा बार लेने हैं। चेंज इन स्ट्रेस इफेक्टिव स्ट्रेस की गल करांगे आप जिथे भी कंसोलिडेशन पढ़ांगे तो आपां एक तो एनवी नूं इदां लिख सकते हैं जां आपां की लिखदे सीगे डेल्टा v अपॉन v डेल्टा h अपॉन h दे बराबर हुंदा सीगा जिन्हों आपां h नॉट लिख लैंदे सीगे डेल्टा सिग्मा बार। ਇਹਨੂੰ ਹੀ ਮੈਂ ਇਦਾਂ ਲਿਖ ਸਕਦਾ ਇੱਥੋਂ ਮੇਰੇ ਕੋਲ ਡੈਲਟਾ h ਦੀ ਵੈਲਿਊ ਕੀ ਆ ਗਈ ਇਜ਼ ਇਕੁਅਲ ਟੂ mv ਇਨਟੂ ਡੈਲਟਾ ਸਿਗਮਾ ਬਾਰ ਇਨਟੂ h ਨॉट। ਇਹ ਆਪਣੇ ਕੋਲ ਕੀ ਆ ਗਈ ਚੇਂਜ ਇਨ ਹਾਈਟ ਆਫ ਸੋਇਲ ਆ ਗਈ ਜਾਂ ਸੈਟਲਮੈਂਟ ਆਫ ਸੋਇਲ ਆ ਗਈ। mv ਕੀ ਸੀਗਾ ਚੇਂਜ ਇਨ ਯੂਨਿਟ ਵੋਲਿਊਮ ਸੈਟਲਮੈਂਟ ਤਾਂ ਚੇਂਜ ਇਨ ਸਟ੍ਰੈਸ। ਕਲੀਅਰ, ਇਹਨਾਂ ਦੋਨਾਂ ਦੀ ਰੇਸ਼ੋ ਨੂੰ ਆਪਾਂ mv ਬੋਲ ਦਿੰਦੇ ਆ। ਹੁਣ ਇਸ ਤੇ ਹੀ ਇਹਨਾਂ ਸਾਰੇ ਰਿਲੇਸ਼ਨਸ ਦੇ ਬੇਸਿਸ ਦੇ ਉੱਪਰ ਹੀ ਆਪਾਂ ਪੜ੍ਹਨੇ ਆ ਸੈਟਲਮੈਂਟ ਨੂੰ ਕੈਲਕੂਲੇਟ ਕਰਨ ਦੇ ਮੈਥਡਸ। ਵੀ ਆਪਾਂ ਸੈਟਲਮੈਂਟ ਨੂੰ ਕਿਹੜੇ-ਕਿਹੜੇ ਤਰੀਕਿਆਂ ਨਾਲ ਕੈਲਕੂਲੇਟ ਕਰਦੇ ਆ, ਯਾਨੀ ਕਿ ਡੈਲਟਾ h ਨੂੰ ਨਿਊਮੈਰੀਕਲਸ ਕੱਢਣ ਦੇ ਲਈ ਕਿਵੇਂ-ਕਿਵੇਂ ਆਪਾਂ ਕੈਲਕੂਲੇਟ ਕਰ ਸਕਦੇ ਆ। ਇੱਕ ਰਿਲੇਸ਼ਨ ਦਾ ਆਪਾਂ ਡੈਲਟਾ h ਦਾ ਪੜ੍ਹ ਲਿਆ, ਰਿਲੇਸ਼ਨ ਨੰਬਰ 1 ਵਿਦ ਦ ਹੈਲਪ ਆਫ mv, mv ਇਜ਼ ਇਕੁਅਲ ਟੂ ਡੈਲਟਾ ਸਿਗਮਾ ਬਾਰ ਡਾਟ h नॉट ਇੱਥੇ ਸ਼ੁਰੂ ਵਾਲੀ ਹਾਈਟ ਲੈਣੀ ਹੈ ਚੇਂਜ ਹੋਣ ਤੋਂ ਪਹਿਲਾਂ ਵਾਲੀ ਇਜ਼ ਇਕੁਅਲ ਟੂ ਡੈਲਟਾ h ਯਾਨੀ ਕਿ ਕਿੰਨਾ ਚੇਂਜ ਹੋਊਗਾ। ਕਲੀਅਰ, ਤਾਂ ਹੁਣ ਜੇਕਰ ਆਪਾਂ ਇੱਥੋਂ ਹੀ mv ਦੇ ਯੂਨਿਟਸ ਵੀ ਬਣਾਉਣੇ ਹੋਣ ਤਾਂ mv ਦੇ ਇੱਥੋਂ ਯੂਨਿਟਸ ਕੀ ਹੋਣਗੇ ਚੇਂਜ ਇਨ ਯੂਨਿਟ ਵੋਲਿਊਮ ਡੈਲਟਾ v upon v ਦਾ ਕੋਈ ਵੋਲਿਊਮ ਕੋਈ ਯੂਨਿਟ ਨਹੀਂ ਹੋਊਗਾ ਅਪੋਨ ਡੈਲਟਾ ਸਿਗਮਾ ਬਾਰ ਇਹਦੇ ਯੂਨਿਟਸ ਕੀ ਬਣਨਗੇ ਕਿਲੋ ਨਿਊਟਨ ਪਰ ਮੀਟਰ ਸਕੁਆਇਰ। ਜਿਹਨੂੰ ਆਪਾਂ ਕੀ ਲਿਖ ਸਕਦੇ ਹਾਂ ਮੀਟਰ ਸਕੁਆਇਰ ਪਰ ਕਿਲੋ ਨਿਊਟਨ। ਹੁਣ ਆਪਾਂ ਸੈਟਲਮੈਂਟ ਦੇ ਤਰੀਕੇ ਦੇਖਦੇ ਹਾਂ। पहला फार्मूला है, दूसरा एक आप पहला पढ़ चुके हैं डेल्टा एच अपॉन एच इज इक्वल टू डेल्टा ई ओवर 1 प्लस ई नॉट। यानी कि जे मैनू इनिशियल वॉइड रेशो पता होवे तो मैं चेंज इन वॉइड रेशो के नाल डेल्टा एच कट सकदा। इत्थों मैं की कर सकदा डेल्टा एच का बराबर आ गया एच इनटू डेल्टा ई ओवर 1 प्लस ई नॉट। इदां भी आप लिख सकते हैं। एक तो ये रिलेशन आ गया। सेकंड दो रिलेशंस हो गए। हुण आपां तीसरे रिलेशन वाल मूव करते हैं। इस रिलेशन च आपां डेल्टा ई ओवर 1 प्लस ई नॉट की वैल्यू लैके आउण दी कोशिश करते हैं। किवें आपां कल पढ़िया सीगा ए बी कादे बराबर आया सी अपना डेल्टा ई ओवर नाल आ गया सीगा डेल्टा सिग्मा चेंज इन स्ट्रेस आ गया सीगा डेल्टा सिग्मा। तो इत्थों मेरे को डेल्टा ई की वैल्यू कादे बराबर आ गई ए बी इनटू सिग्मा बार ए बी इंटू डेल्टा सिग्मा बार। ताही वैल्यूज इत्थे पुट कर दिए तो एक होर रिलेशन की बन गया डेल्टा एच इज इक्वल टू एच इंटू ए बी इंटू डेल्टा सिग्मा बार ओवर 1 प्लस ई नॉट। एक ये भी रिलेशन बन गया। क्लियर। हुण इहदे ही विचों आपां होर भी रिलेशंस ड्राइव कर सकते हैं। किवें ਜਿਹੜਾ ਆਪਾਂ ਉੱਪਰ ਰਿਲੇਸ਼ਨ ਯੂਜ਼ ਕੀਤਾ ਹੈ ਇਸੇ ਰਿਲੇਸ਼ਨ ਦੇ ਵਿੱਚ ਜਿਹੜੀ ਡੈਲਟਾ e ਦੀ ਵੈਲਿਊ ਹੈ ਜੇ ਆਪਾਂ cc ਦੀ ਵੈਲਿਊ ਜੋ ਪੁੱਟ ਕਰੀਏ cc ਦੀ ਵੈਲਿਊ ਨੂੰ ਆਪਾਂ ਕੱਲ ਕੀ ਲਿਖਿਆ ਸੀਗਾ cc is equal to delta e over log sigma naught sigma bar over sigma naught bar। ਇਸ ਤਰੀਕੇ ਨਾਲ ਆਪਾਂ ਕੱਲ ਵੈਲਿਊ ਭਰੀ ਸੀ। ਠੀਕ। इसे वैल्यू ਨੂੰ ਹੁਣ ਆਪਾਂ ਇੱਥੋਂ ਡੈਲਟਾ e ਦੀ ਵੈਲਿਊ ਕੱਢੀ ਤਾਂ ਦੋਵੇਂ ਮਲਟੀਪਲਾਈ ਹੋ ਜਾਣਗੇ।
ਇਸੇ ਵੈਲਿਊ ਨੂੰ ਆਪਾਂ ਇੱਥੇ ਸਬਸਟੀਟਿਊਟ ਕਰਕੇ ਦੇਖ ਰਹੇ ਹਾਂ। ਤਾਂ ਇਸੇ ਰਿਲੇਸ਼ਨ ਜਦੋਂ ਵੈਲਿਊ ਪੁੱਟ ਕੀਤੀ ਤਾਂ ਡੈਲਟਾ H ਇਜ਼ ਇਕੁਅਲ ਟੂ H0 ਇਨਟੂ Cc ਇਨਟੂ log काला log है सिग्मा बार ओवर सिग्मा नॉट बार का नाम की रह गया 1 प्लस सी नॉट ऐसा चौनी है तो एक आ भी रिलेशन बन गया। सब तो इंपॉर्टेंट रिलेशन है ये ਜਿਹੜਾ ਪਾਵਰ ਰਿਲੇਸ਼ਨ ਪੜਿਆ ਬਹੁਤ ਇੰਪੋਰਟੈਂਟ ਰਿਲੇਸ਼ਨ ਹੈ ਕਿਉਂਕਿ ਆਪਾਂ ਨੂੰ ਮੋਸਟਲੀ ਜਿਹੜਾ ਸੀਸੀ ਹੁੰਦਾ ਹੈ ਸੀਸੀ ਦਾ ਆਪਾਂ ਕੱਲ ਕੀ ਪੜਿਆ ਸੀਗਾ ਇੱਕ ਸਹੀ ਗ੍ਰਾਫ ਬਣਦਾ ਹੈ ਇਹਨੂੰ ਆਪਾਂ ਐਕਚੁਅਲ 'ਚ ਕੈਲਕੂਲੇਟ ਕਰ ਸਕਦੇ ਹਾਂ ਤਾਂ ਸੀਸੀ ਕੋ ਵੈਲਿਊ ਹੈ ਜਿਹਨੂੰ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਤਾਂ ਕਰਕੇ ਸਭ ਤੋਂ ਜ਼ਿਆਦਾ ਜਿਹੜੀਆਂ ਆਪਾਂ ਨੂੰ ਪ੍ਰੋਵਾਈਡਡ ਵੈਲਿਊਜ਼ ਹੁੰਦੀਆਂ ਉਹ ਜਾਂ ਤਾਂ ਸੀਸੀ ਦੀ ਪ੍ਰੋਵਾਈਡਡ ਹੁੰਦੀ ਹੈ ਜਾਂ ਆਪਾਂ ਨੂੰ H0 ਪ੍ਰੋਵਾਈਡਡ ਹੁੰਦੀ ਹੈ ਤਾਂ ਆਪਾਂ ਨੂੰ ਇਸੇ ਰਿਲੇਸ਼ਨ ਨੂੰ ਹੀ ਯੂਜ਼ ਕਰਨਾ ਪੈਂਦਾ ਹੈ। ਇਹ ਆਪਣਾ ਮੋਸਟ ਯੂਜ਼ਡ ਰਿਲੇਸ਼ਨ ਹੋਊਗਾ। ਇਸ ਤੋਂ ਬਿਨਾਂ ਜੇ ਆਪਾਂ ਨੂੰ ਕਿਸੇ ਰਿਲੇਸ਼ਨ ਦੀ ਲੋੜ ਪੈਗੀ ਤਾਂ ਉਹ ਫਿਰ ਆਹ ਰਿਲੇਸ਼ਨ ਹੋਊਗਾ MV ਦਾ। ਇਹ ਦੋਨੇ ਰਿਲੇਸ਼ਨ ਸਭ ਤੋਂ ਜ਼ਿਆਦਾ ਯੂਜ਼ ਹੁੰਦੇ ਆ। ਇਸੇ ਰਿਲੇਸ਼ਨ ਦੇ ਵਿੱਚ ਹੀ ਕਈ ਵਾਰੀ ਡੈਲਟਾ ਸਿਗਮਾ ਬਾਰ ਦੀ ਵੈਲਿਊ ਪੁੱਟ ਕਰ ਲੈਂਦੇ ਆ ਇਨ ਟਰਮਸ ਆਫ AV ਡੈਲਟਾ ਸਿਗਮਾ ਬਾਰ। ਤਾਂ AV ਦੀਆਂ ਟਰਮਸ ਦੇ ਵਿੱਚ ਵੈਲਿਊ ਜਦੋਂ ਪੁੱਟ ਕਰਦੇ ਆ ਤਾਂ ਇਹਦੇ ਨਾਲ ਇੱਕ ਰਿਲੇਸ਼ਨ ਹੋਰ ਵੀ ਬਣ ਜਾਂਦਾ ਹੈ। ਕਿਵੇਂ ਬਣਦਾ ਹੈ ਉਹ ਵੀ ਦੇਖ ਲੈਂਦੇ ਆ ਆਪਾਂ। ਹੁਣ ਦੇਖੋ MV ਦੀ ਵੈਲਿਊ ਕਾਹਦੇ ਇਕੁਅਲ ਸੀਗੀ ਆਪਾਂ MV ਨੂੰ ਕਾਹਦੇ ਇਕੁਅਲ ਲਿਖਿਆ ਸੀਗਾ ਡੈਲਟਾ V/V ਓਵਰ ਡੈਲਟਾ ਸਿਗਮਾ ਬਾਰ। ਤਾਂ ਇਹਨੂੰ ਮੈਂ ਇਦਾਂ ਵੀ ਲਿਖ ਸਕਦਾ ਕਿਵੇਂ ਲਿਖ ਸਕਦੇ ਇਹਨੂੰ ਆਪਾਂ ਡੈਲਟਾ V/V ਹੁਣ ਡੈਲਟਾ E ਓਵਰ 1 plus E0 ਦੇ ਵੀ ਬਰਾਬਰ ਹੁੰਦਾ ਹੈ। ਕਲੀਅਰ ਡਿਵਾਈਡ ਵਾਲਾ ਡੈਲਟਾ ਸਿਗਮਾ ਬਾਰ ਤਾਂ ਉਹੀ ਪਿਆ ਕਲੀਅਰ ਡੈਲਟਾ E ਓਵਰ ਡੈਲਟਾ ਸਿਗਮਾ ਬਾਰ ਕਾਦੇ ਬਰਾਬਰ ਹੈ AB ਦੇ ਬਰਾਬਰ ਹੈ। ਤਾਂ ਇੱਥੋਂ ਹੀ ਇੱਕ ਰਿਲੇਸ਼ਨ ਕੀ ਬਣਦਾ ਹੈ MV is equal to AV over 1 plus E0। ਇਹਨਾਂ ਦੋਨੇ ਰਿਲੇਸ਼ਨਸ ਦੇ ਨਾਲ ਸਿੱਧਾ ਸਿੱਧਾ ਆਪਾਂ ਜੇ MV ਕੱਢਣਾ ਹੋਵੇ ਬਾਈ AV ਤਾਂ ਸਿੱਧਾ ਵੀ ਨਿਕਲ ਆਉਂਦਾ ਜੇ AV ਕੱਢਣਾ ਹੋਵੇ MV ਦੇ ਥਰੂ ਤਾਂ ਵੀ ਇਸੇ ਰਿਲੇਸ਼ਨ ਨਾਲ ਨਿਕਲੂਗਾ। ਤਾਂ ਇਹਨਾਂ ਦੋਨੇ ਰਿਲੇਸ਼ਨਸ ਨੂੰ ਲਿੰਕ ਕਿਵੇਂ ਕਰਦੇ ਆ ਇਸ ਤਰੀਕੇ ਨਾਲ ਜਿਹੜੇ ਇਹ ਚਾਰ ਫਾਰਮੂਲਾਜ਼ ਆਪਾਂ ਪੜ੍ਹੇ ਨੇ ਪੰਜਵਾਂ ਹੋ ਗਿਆ MV ਤੇ AV ਵਾਲਾ ਇਹਨਾਂ ਦੇ ਬੇਸ ਦੇ ਉੱਪਰ ਆਪਾਂ ਨੂੰ ਮੋਸਟਲੀ ਨਿਊਮੈਰੀਕਲ ਕੰਟੈਂਟ ਦੇਖਣ ਨੂੰ ਮਿਲੂਗਾ ਪੇਪਰ ਦੇ ਵਿੱਚ। ਇਸ ਤੋਂ ਬਾਹਰੋਂ ਪੇਪਰ ਦੇ ਵਿੱਚ ਜਿਹੜੇ ਵੀ ਨਿਊਮੈਰੀਕਲਸ ਆਉਂਦੇ ਆ ਉਹ ਡਿਗਰੀ ਆਫ ਕੰਸੋਲੀਡੇਸ਼ਨ ਤੇ ਆਉਂਦੇ ਆ ਜੋ ਕਿ ਆਪਾਂ ਅੱਗੇ ਡਿਸਕਸ ਕਰਦੇ ਹਾਂ। ਇਹਨਾਂ ਟੌਪਿਕਸ ਤੋਂ ਬਾਹਰੋਂ ਆਪਾਂ ਨੂੰ ਕੋਈ ਵੀ ਨਿਊਮੈਰੀਕਲ ਨਹੀਂ ਪੁੱਛਿਆ ਜਾ ਸਕਦਾ। ਮੋਸਟਲੀ ਨਿਊਮੈਰੀਕਲ 'ਚ ਕੀ ਪੁੱਛਿਆ ਹੁੰਦਾ ਹੈ ਮੋਸਟਲੀ ਨਿਊਮੈਰੀਕਲਸ ਇਸ ਟੌਪਿਕ ਦੇ ਉੱਤੇ ਪ੍ਰੋਵਾਈਡਡ ਹੁੰਦੇ ਨੇ। ਉਹਦੇ ਵਿੱਚ ਕੀ ਹੁੰਦਾਗਾ ਆਪਾਂ ਨੂੰ ਇਹਨਾਂ ਦੋਨਾਂ ਦੀ ਰੇਸ਼ੋ ਸਿੱਧੀ ਗਿਵਨ ਹੁੰਦੀ ਹੈ SDO ਦੇ ਐਗਜ਼ਾਮ 'ਚ ਵੀ ਤੇ JEE ਦੇ ਐਗਜ਼ਾਮ 'ਚ ਵੀ ਗੇਟ ਲਈ ਵੀ ਮੋਸਟਲੀ ਇਹ ਟੌਪਿਕਸ ਹੁੰਦੇ ਆ। ਤਾਂ ਇਹਨਾਂ ਦੋਨਾਂ ਦੀ ਰੇਸ਼ੋ ਆਪਾਂ ਨੂੰ ਪ੍ਰੋਵਾਈਡਡ ਹੁੰਦੀ ਹੈ। ਇਹਨਾਂ ਦੋਨਾਂ ਦੀ ਰੇਸ਼ੋ ਦੇ ਬੇਸਿਸ ਦੇ ਉੱਪਰ ਹੀ ਆਪਾਂ ਡੈਲਟਾ H ਕੱਢਣਾ ਹੁੰਦਾਗਾ। ਉਹ ਸਿਰਫ ਤਾਂ ਨਿਕਲ ਪਾਊਗਾ ਜੇ ਤੁਹਾਨੂੰ ਲੌਗ ਦੀਆਂ ਕੁਝ ਕੁ ਵੈਲਿਊਜ਼ ਯਾਦ ਹੋਣਗੀਆਂ। ਤਾਂ ਇਹਨਾਂ ਨਿਊਮੈਰੀਕਲਸ ਨੂੰ ਸੋਲਵ ਕਰਨ ਦੇ ਲਈ ਆਪਾਂ ਨੂੰ ਜਿਹੜੀਆਂ ਲੌਗ ਦੀਆਂ ਵੈਲਿਊਜ਼ ਦੀ ਰਿਕੁਆਇਰਮੈਂਟ ਹੋਊਗੀ ਤੁਹਾਨੂੰ ਮੈਂ ਪਹਿਲਾਂ ਵੀ ਇੱਕ ਵਾਰ ਦੱਸ ਚੁੱਕਿਆ ਇੱਕ ਵਾਰ ਹੁਣ ਫਿਰ ਤੋਂ ਮੈਂ ਲੌਗ ਦੀਆਂ ਉਹ ਵੈਲਿਊਜ਼ ਦੱਸਣਾ ਚਾਹੁੰਦਾ ਕਿ ਕਿਹੜੇ ਲੌਗ ਤੁਸੀਂ ਯਾਦ ਕਰਨੇ ਆ। ਆਪਾਂ ਨੂੰ log 2 3 5 7 11 ਤੇ 30 ਸਿਰਫ ਇੰਨੇ ਕੁ log ਤੁਹਾਡੇ ਯਾਦ ਹੋਣ ਤਾਂ ਬਾਕੀ ਸਾਰੀਆਂ ਦੀਆਂ ਕੈਲਕੂਲੇਸ਼ਨਸ ਇਹਨਾਂ ਦੇ ਵਿੱਚੋਂ ਹੀ ਹੋ ਜਾਂਦੀਆਂ ਨੇ। ਤਾਂ ਆਹ log ਦੀਆਂ ਵੈਲਿਊਜ਼ ਯਾਦ ਹੋਣੀਆਂ ਚਾਹੀਦੀਆਂ ਉਹਦੇ ਬੇਸਿਸ ਦੇ ਉੱਪਰ ਹੀ ਆਪਣੀਆਂ ਸਾਰੀਆਂ ਕੈਲਕੂਲੇਸ਼ਨਸ ਹੋਣਗੀਆਂ। ਜਿਹੜੇ ਇਹ 5 ਰਿਲੇਸ਼ਨਸ ਹੈ ਨਾ 5 ਰਿਲੇਸ਼ਨਸ ਨੂੰ ਹੀ ਆਪਾਂ ਨੂੰ ਮੇਨਲੀ ਪੇਪਰ 'ਚ ਦੇਖਣ ਨੂੰ ਮਿਲਣਗੇ। ਇਹ ਤੋਂ ਬਿਨਾ ਜਿਹੜਾ ਭੱਜ ਇੱਕ ਹੋਰ ਰਿਲੇਸ਼ਨ ਪੜਿਆ ਦੈਟ ਇਜ਼ CV ਦਾ CV is equal to K upon MV ਗਾਮਾ ਵਾਟਰ ਪੜਿਆ ਸੀਗਾ। MV ਕੀ ਹੁੰਦਾ ਇਹਦੇ ਵਿੱਚ ਪੜ ਲਿਆ K ਆਪਾਂ ਪਹਿਲਾਂ ਪੜ ਚੁੱਕੇ ਹਾਂ ਗਾਮਾ ਵਾਟਰ ਕਨਸਟੈਂਟ ਹੁੰਦਾਗਾ। ਤਾਂ ਇਸ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਇਹ ਨਿਊਮੈਰੀਕਲ ਪੋਰਸ਼ਨ ਹੀ ਡਿਸਕਸ ਕਰਨਾ ਸੀਗਾ ਮੇਨਲੀ। ਅਗਲੀ ਵੀਡੀਓ ਦੇ ਵਿੱਚ ਆਪਾਂ ਡਿਗਰੀ ਆਫ ਕੰਸੋਲੀਡੇਸ਼ਨ ਤੇ ਜਿਹੜੇ ਆਪਣੇ ਡਿਗਰੀ ਆਫ ਕੰਸੋਲੀਡੇਸ਼ਨ ਦੇ ਨਾਲ ਰਿਲੇਟਡ ਕਨਸੈਪਟਸ ਰਹਿੰਦੇ ਨੇ ਉਹਨਾਂ ਕਨਸੈਪਟਸ ਨੂੰ ਡਿਸਕਸ ਕਰਾਂਗੇ। ਜਿੰਨਾ ਵੀ ਸਟੂਡੈਂਟਸ ਨੂੰ ਕੋਈ ਡਾਊਟ ਹੈ ਨੀਚੇ ਕਮੈਂਟਸ ਦੇ ਵਿੱਚ ਮੈਂਸ਼ਨ ਕਰ ਸਕਦੇ ਹੋ ਤੇ ਉਹਦੇ ਵਿੱਚ ਤੁਹਾਡੇ ਡਾਊਟ ਵੀ ਕਲੀਅਰ ਕਰ ਦਿੱਤੇ ਜਾਣਗੇ। ਨਾਲ ਹੀ ਜੇ ਤੁਸੀਂ ਹਲੇ ਤੱਕ WhatsApp ਚੈਨਲ ਤੇ ਜਾਂ ਆਪਣਾ Telegram ਚੈਨਲ ਜੁਆਇਨ ਨਹੀਂ ਕੀਤਾ ਤਾਂ ਲਿੰਕ ਡਿਸਕ੍ਰਿਪਸ਼ਨ 'ਚ ਨੇ ਉੱਥੋਂ ਤੁਸੀਂ ਜੁਆਇਨ ਕਰ ਸਕਦੇ ਹੋ। ਥੈਂਕ ਯੂ ਵੈਰੀ ਮਚ।